ਇੱਕ ਵਿਅਕਤੀ ਦਾ ਜੀਵਨ ਬਹੁਤ ਹੀ ਤਣਾਅ ਨਾਲ ਘਿਰਿਆ ਹੋਇਆ ਸੀ। ਉਸ ਦਾ ਪੂਰਾ ਜੀਵਨ ਤਣਾਅ ਅਤੇ ਪਰੇਸ਼ਾਨੀ ਵਿੱਚ ਘਿਰਿਆ ਹੋਇਆ ਸੀ। ਜਦ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ, ਉਸ ਨੂੰ ਵਿਆਹ ਕਰਾਉਣ ਦਾ ਤਣਾਅ ਸੀ। ਜਦ ਵਿਆਹ ਹੋ ਗਿਆ ਤਾਂ ਉਸ ਨੂੰ ਪਤਨੀ ਤੇ ਘਰ ਦੇ ਖਰਚਿਆਂ ਦਾ ਤਣਾਅ ਰਹਿਣ ਲੱਗਿਆ। ਬੱਚਾ ਨਾ ਹੋਣ ਦਾ ਤਣਾਅ ਰਹਿਣ ਲੱਗਿਆ। ਜਦ ਬੱਚਾ ਹੋ ਗਿਆ ਤਾਂ ਉਸ ਦੀ ਪੜ੍ਹਾਈ ਤੇ ਉਸ ਦੇ ਭਵਿੱਖ ਦਾ ਤਣਾਅ ਸਤਾਉਣ ਲੱਗਿਆ। ਇਸੇ ਤਰ੍ਹਾਂ ਦੇ ਬਹੁਤ ਸਾਰੇ ਕਾਰਨਾਂ ਨਾਲ ਉਸ ਦਾ ਮਨ ਹਰ ਵਕਤ ਚਿੰਤਾ ਤੇ ਤਣਾਅ ਨਾਲ ਘਿਰਿਆ ਰਹਿੰਦਾ। ਉਹ ਇਸ ਤਣਾਅ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਫਿਰ ਇੱਕ ਦਿਨ ਉਸਨੇ ਆਪਣੇ ਘਰ ਦੇ ਸਾਹਮਣੇ ਤੋਂ ਬੋਧੀ ਭਿਕਸ਼ੂਆਂ ਨੂੰ ਭਿਕਸ਼ਾ ਲੈ ਕੇ ਜਾਂਦੇ ਹੋਏ ਦੇਖਿਆ। ਉਹਨਾਂ ਸਾਰੇ ਬੋਧੀ ਭਿਕਸ਼ੂਆਂ ਦੇ ਚਿਹਰੇ ਤੇ ਅਸੀਮ ਸ਼ਾਂਤੀ ਤੇ ਖੁਸ਼ੀ ਦਾ ਭਾਵ ਸੀ। ਚਿੰਤਾ ਤੇ ਤਣਾਅ ਤਾਂ ਉਹਨਾਂ ਦੇ ਚਿਹਰੇ ਤੇ ਦੂਰ ਦੂਰ ਤੱਕ ਕਿਤੇ ਦਿਖਾਈ ਨਹੀਂ ਦੇ ਰਿਹਾ ਸੀ। ਉਹ ਬਹੁਤ ਹੀ ਖੁਸ਼ ਲੱਗ ਰਹੇ ਸਨ। ਉਹਨਾਂ ਨੂੰ ਦੇਖ ਕੇ ਉਸ ਆਦਮੀ ਨੇ ਸੋਚਿਆ ਕਿ ਸ਼ਾਇਦ ਬੋਧੀਆਂ ਦੇ ਜੀਵਨ ਵਿੱਚ ਕੋਈ ਤਣਾਅ ਨਹੀਂ ਹੁੰਦਾ ਤੇ ਖੁਸ਼ਹਾਲ ਜੀਵਨ ਜਿਉਣ ਦਾ ਇਹੀ ਸਭ ਤੋਂ ਵਧੀਆ ਤਰੀਕਾ ਹੈ। ਇਸ ਲਈ ਉਸਨੇ ਇੱਕ ਦਿਨ ਆਪਣਾ ਘਰ-ਬਾਰ ਛੱਡ ਦਿੱਤਾ ਤੇ ਸੰਨਿਆਸੀ ਬਣ ਗਿਆ ਤੇ ਇੱਕ ਗੁਰੂ ਦਾ ਚੇਲਾ ਬਣ ਗਿਆ। ਪਰ ਤਣਾਅ ਕੋਈ ਪਿੰਡ ਜਾਂ ਸ਼ਹਿਰ ਤਾਂ ਨਹੀਂ ਹੈ ਜਿਸ ਨੂੰ ਛੱਡ ਕੇ ਚਲੇ ਜਾਈਏ। ਇਸ ਦਾ ਸੰਬੰਧ ਤਾਂ ਇਨਸਾਨ ਦੇ ਮਨ ਨਾਲ ਹੈ। ਗ੍ਰਹਿਸਥੀ ਜੀਵਨ ਦਾ ਤਿਆਗ ਕਰਕੇ ਭਿਕਸ਼ੂ ਜੀਵਨ ਅਪਣਾਉਣ ਤੋਂ ਬਾਅਦ ਵੀ ਉਸ ਨੂੰ ਕੋਈ ਰਾਹਤ ਨਹੀਂ ਮਿਲੀ ਸੀ। ਉਸ ਦਾ ਜੀਵਨ ਹੁਣ ਵੀ ਤਣਾਅ ਤੇ ਪਰੇਸ਼ਾਨੀ ਨਾਲ ਘਿਰਿਆ ਹੋਇਆ ਸੀ। ਹੁਣ ਉਸ ਦੇ ਜੀਵਨ ਵਿੱਚ ਨਵੇਂ ਕੰਮਾਂ ਨੂੰ ਲੈ ਕੇ ਤਣਾਅ ਰਹਿਣ ਲੱਗਿਆ, ਜਿਵੇਂ ਆਸ਼ਰਮ ਦੇ ਨਿਯਮਾਂ ਨੂੰ ਪਾਲਣ ਕਰਨ ਦਾ ਤਣਾਅ, ਸਿੱਖਿਆਵਾਂ ਨੂੰ ਗ੍ਰਹਿਣ ਕਰਨ ਦਾ ਤਣਾਅ, ਗੁਰੂ ਦੀ ਆਗਿਆ ਪਾਲਣ ਕਰਨ ਦਾ ਤਣਾਅ, ਰੋਜ਼ ਭਿਕਸ਼ਾ ਮੰਗਣ ਦਾ ਤਣਾਅ ਤੇ ਸਾਰੇ ਚੇਲਿਆਂ ਦੇ ਵਿੱਚ ਆਪਣੇ ਆਪ ਨੂੰ ਸਰਵਸ਼੍ਰੇਸ਼ਟ ਸਾਬਤ ਕਰਨ ਲਈ ਹੋੜ ਲੱਗੀ ਰਹਿੰਦੀ ਸੀ। ਕੁਝ ਦਿਨ ਤੱਕ ਤਾਂ ਸਭ ਠੀਕ ਚੱਲ ਰਿਹਾ ਸੀ, ਪਰ ਫਿਰ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਆਉਣ ਲੱਗੀ। ਹੁਣ ਉਹ ਮਹਿਸੂਸ ਕਰਨ ਲੱਗਿਆ ਕਿ ਉਸ ਦੇ ਸੰਸਾਰਕ ਜੀਵਨ ਵਿੱਚ ਵੀ ਤਣਾਅ ਸੀ ਤੇ ਉਸ ਦੇ ਸੰਨਿਆਸੀ ਜੀਵਨ ਵਿੱਚ ਵੀ ਤਣਾਅ ਹੈ। ਫਿਰ ਉਸ ਨੇ ਸੋਚਿਆ ਕਿ ਤਣਾਅ ਤਾਂ ਦੋਨੇ ਪਾਸੇ ਹੈ। ਪਰਿਵਾਰ ਦੇ ਨਾਲ ਰਹਿਣ ਵਿੱਚ ਵੀ ਤਣਾਅ ਹੈ ਤੇ ਸੰਨਿਆਸ ਵਿੱਚ ਰਹਿਣ ਵਿੱਚ ਵੀ। ਜਦ ਦੋਨੇ ਪਾਸੇ ਤਣਾਅ ਵਿੱਚ ਹੀ ਰਹਿਣਾ ਹੈ ਤਾਂ ਕਿਉਂ ਨਾ ਮੈਂ ਆਪਣੇ ਪਰਿਵਾਰ ਨਾਲ ਹੀ ਰਹਾਂ। ਇਹ ਸਭ ਸੋਚ ਕੇ ਉਸਨੇ ਆਸ਼ਰਮ ਵਿੱਚੋਂ ਭੱਜਣ ਦਾ ਫੈਸਲਾ ਕੀਤਾ। ਇੱਕ ਦਿਨ ਉਹ ਆਸ਼ਰਮ ਵਿੱਚੋਂ ਭੱਜ ਹੀ ਰਿਹਾ ਸੀ ਕਿ ਉਸ ਦੇ ਗੁਰੂ ਨੇ ਉਸ ਨੂੰ ਦੇਖ ਲਿਆ ਤੇ ਪਿੱਛੇ ਤੋਂ ਆਵਾਜ਼ ਲਗਾ ਕੇ ਕਿਹਾ ਕਿ ਜਿਸ ਤੋਂ ਤੂੰ ਭੱਜ ਰਿਹਾ ਏ ਉਹ ਤਾਂ ਤੇਰੇ ਨਾਲ ਹੀ ਹੈ। ਫਿਰ ਤੇਰੇ ਭੱਜਣ ਦਾ ਕੀ ਫਾਇਦਾ? ਆਖਿਰ ਕਦ ਤੱਕ ਤੂੰ ਇਸੇ ਤਰ੍ਹਾਂ ਭੱਜਦਾ ਰਹੇਗਾ? ਗੁਰੂ ਦੀ ਆਵਾਜ਼ ਸੁਣ ਕੇ ਉਹ ਵਿਅਕਤੀ ਰੁਕ ਗਿਆ ਤੇ ਕਹਿਣ ਲੱਗਿਆ, ਗੁਰੂਦੇਵ, ਮੇਰਾ ਜੀਵਨ ਤਣਾਅ ਨਾਲ ਭਰਿਆ ਹੋਇਆ ਸੀ। ਉਸ ਤਣਾਅ ਤੋਂ ਛੁਟਕਾਰਾ ਪਾਉਣ ਲਈ ਮੈਂ ਭਿਕਸ਼ੂ ਬਣ ਗਿਆ, ਪਰ ਇੱਥੇ ਵੀ ਮੇਰਾ ਤਣਾਅ ਘੱਟ ਨਹੀਂ ਹੋਇਆ। ਇਸ ਲਈ ਮੈਂ ਆਪਣੇ ਸੰਸਾਰਕ ਜੀਵਨ ਵਿੱਚ ਵਾਪਸ ਜਾ ਰਿਹਾ ਹਾਂ। ਗੁਰੂ ਨੇ ਕਿਹਾ, ਉਹ ਤਾਂ ਸਭ ਠੀਕ ਹੈ, ਤੂੰ ਵਾਪਸ ਜਾ ਸਕਦਾ ਏਂ, ਪਰ ਘੱਟ ਤੋਂ ਘੱਟ ਆਪਣੇ ਤਣਾਅ ਨੂੰ ਤਾਂ ਇੱਥੇ ਹੀ ਛੱਡ ਕੇ ਜਾ। ਵਾਪਸ ਸੰਸਾਰਕ ਜੀਵਨ ਵਿੱਚ ਜਾ ਕੇ ਉਸੇ ਤਣਾਅ ਨੂੰ ਲੈ ਕੇ ਘੁੰਮੇਗਾ ਤਾਂ ਫਿਰ ਇੱਥੇ ਆਉਣ ਦਾ ਕੀ ਫਾਇਦਾ? ਤਾਂ ਉਸ ਵਿਅਕਤੀ ਨੇ ਕਿਹਾ ਕਿ ਗੁਰੂਦੇਵ, ਕੀ ਅਜਿਹਾ ਸੰਭਵ ਹੈ? ਕੀ ਅਜਿਹਾ ਹੋ ਸਕਦਾ ਹੈ ਕਿ ਮੇਰੇ ਜੀਵਨ ਦਾ ਸਾਰਾ ਤਣਾਅ ਖਤਮ ਹੋ ਜਾਵੇ? ਗੁਰੂ ਨੇ ਕਿਹਾ, ਹਾਂ ਬਿਲਕੁਲ, ਕਿਉਂ ਨਹੀਂ, ਪਰ ਇਸ ਦੇ ਲਈ ਤੈਨੂੰ ਇੱਕ ਕੰਮ ਕਰਨਾ ਹੋਵੇਗਾ। ਕੀ ਤੂੰ ਉਸ ਕੰਮ ਨੂੰ ਕਰੇਂਗਾ? ਚੇਲੇ ਨੇ ਕਿਹਾ, ਜੀ ਗੁਰੂਦੇਵ, ਤੁਸੀਂ ਦੱਸੋ ਤਾਂ ਸਹੀ, ਮੈਂ ਉਸ ਕੰਮ ਨੂੰ ਜ਼ਰੂਰ ਕਰਾਂਗਾ। ਗੁਰੂ ਨੇ ਕਿਹਾ, ਤਾਂ ਫਿਰ ਜਾ ਤੇ ਇੱਕ ਅਜਿਹੇ ਵਿਅਕਤੀ ਨੂੰ ਲੱਭ ਕੇ ਲੈ ਕੇ ਆ ਜਿਸ ਦੇ ਜੀਵਨ ਵਿੱਚ ਕਦੇ ਕੋਈ ਪਰੇਸ਼ਾਨੀ ਜਾਂ ਤਣਾਅ ਨਾ ਹੋਵੇ। ਜੇ ਤੂੰ ਅਜਿਹੇ ਵਿਅਕਤੀ ਨੂੰ ਮੇਰੇ ਕੋਲ ਲੈ ਆਇਆ ਤਾਂ ਮੈਂ ਤੇਰੇ ਜੀਵਨ ਵਿੱਚੋਂ ਤਣਾਅ ਅਤੇ ਪਰੇਸ਼ਾਨੀ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਵਾਂਗਾ। ਗੁਰੂ ਦੀ ਗੱਲ ਸੁਣ ਕੇ ਉਹ ਵਿਅਕਤੀ ਬਹੁਤ ਖੁਸ਼ ਹੋਇਆ। ਫਿਰ ਉਸਨੇ ਆਪਣੀ ਗੁਰੂ ਦੀ ਆਗਿਆ ਲਈ ਤੇ ਫਿਰ ਉਹ ਇੱਕ ਅਜਿਹੇ ਵਿਅਕਤੀ ਦੀ ਤਲਾਸ਼ ਵਿੱਚ ਨਿਕਲ ਗਿਆ ਜਿਸ ਦੇ ਜੀਵਨ ਵਿੱਚ ਨਾ ਕੋਈ ਦੁੱਖ ਨਾ ਕੋਈ ਤਣਾਅ ਹੋਵੇ। ਉਹ ਬਹੁਤ ਪਿੰਡਾਂ ਵਿੱਚ ਘੁੰਮਿਆ, ਬਹੁਤ ਨਗਰਾਂ ਵਿੱਚ ਗਿਆ, ਬਹੁਤ ਸਾਰੇ ਲੋਕਾਂ ਨੂੰ ਵੀ ਮਿਲਿਆ, ਪਰ ਉਸ ਨੂੰ ਕੋਈ ਵੀ ਅਜਿਹਾ ਵਿਅਕਤੀ ਨਹੀਂ ਮਿਲਿਆ ਜਿਸ ਦਾ ਜੀਵਨ ਤਣਾਅ ਤੋਂ ਮੁਕਤ ਹੋਵੇ। ਤਣਾਅ ਤੇ ਚਿੰਤਾ ਦੀ ਗੱਲ ਸੁਣਦੇ ਹੀ ਲੋਕ ਗੰਭੀਰ ਹੋ ਜਾਂਦੇ ਤੇ ਆਪਣੇ ਜੀਵਨ ਦੇ ਦੁੱਖਾਂ ਨੂੰ ਇੰਨਾ ਵਧਾ ਚੜਾ ਕੇ ਦੱਸਦੇ ਕਿ ਇਸ ਦੁਨੀਆ ਵਿੱਚ ਉਹਨਾਂ ਤੋਂ ਵੱਧ ਦੁਖੀ ਤਾਂ ਹੋਰ ਕੋਈ ਹੈ ਹੀ ਨਹੀਂ। ਲੱਭਦੇ ਲੱਭਦੇ ਉਸ ਨੂੰ ਸਵੇਰ ਤੋਂ ਸ਼ਾਮ ਹੋ ਗਈ, ਪਰ ਉਸ ਨੂੰ ਕੋਈ ਅਜਿਹਾ ਵਿਅਕਤੀ ਨਹੀਂ ਲੱਭਿਆ ਜੋ ਆਪਣੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਤਣਾਅ ਤੋਂ ਮੁਕਤ ਹੋਵੇ। ਫਿਰ ਉਸ ਨੂੰ ਇੱਕ ਵਿਅਕਤੀ ਨੇ ਸਲਾਹ ਦਿੱਤੀ ਕਿ ਇਸ ਦੁਨੀਆ ਵਿੱਚ ਇੱਕ ਸ਼ਰਾਬੀ ਹੀ ਅਜਿਹਾ ਵਿਅਕਤੀ ਹੈ ਜਿਸ ਦੇ ਜੀਵਨ ਵਿੱਚ ਕੋਈ ਚਿੰਤਾ ਕੋਈ ਤਣਾਅ ਨਹੀਂ ਹੁੰਦਾ। ਇਸ ਲਈ ਤੂੰ ਇੱਕ ਸ਼ਰਾਬੀ ਨੂੰ ਲੱਭ ਤੇ ਉਸ ਤੋਂ ਪੁੱਛ। ਉਸ ਚੇਲੇ ਨੇ ਉਸ ਵਿਅਕਤੀ ਦੀ ਗੱਲ ਮੰਨ ਲਈ ਤੇ ਬਹੁਤ ਮਿਹਨਤ ਤੋਂ ਬਾਅਦ
ਉਸਨੇ ਇੱਕ ਅਜਿਹੇ ਸ਼ਰਾਬੀ ਨੂੰ ਲੱਭ ਹੀ ਲਿਆ ਜੋ ਕਿ ਹਰ ਵਕਤ ਸ਼ਰਾਬ ਦੇ ਨਸ਼ੇ ਵਿੱਚ ਹੀ ਰਹਿੰਦਾ ਸੀ। ਚੇਲੇ ਨੇ ਉਸ ਸ਼ਰਾਬੀ ਨੂੰ ਕਿਹਾ ਕਿ ਮੈਂ ਸੁਣਿਆ ਹੈ ਕਿ ਤੇਰੇ ਜੀਵਨ ਵਿੱਚ ਕੋਈ ਤਣਾਅ, ਕੋਈ ਪਰੇਸ਼ਾਨੀ, ਚਿੰਤਾ ਨਹੀਂ ਹੈ। ਕੀ ਇਹ ਗੱਲ ਸੱਚ ਹੈ? ਸ਼ਰਾਬੀ ਨੇ ਲੜਖੜਾਉਂਦੇ ਹੋਏ ਨੇ ਉੱਤਰ ਦਿੱਤਾ, ਤਣਾਅ? ਇਹ ਕੀ ਚੀਜ਼ ਹੁੰਦੀ ਹੈ? ਮੈਨੂੰ ਨਹੀਂ ਪਤਾ। ਇਹ ਸੁਣਦੇ ਹੀ ਚੇਲੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਚੇਲੇ ਨੇ ਸੋਚਿਆ ਕਿ ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਆਖਿਰ ਮੈਨੂੰ ਉਹ ਵਿਅਕਤੀ ਮਿਲ ਹੀ ਗਿਆ ਜਿਸ ਦੀ ਮੈਨੂੰ ਤਲਾਸ਼ ਸੀ। ਚੇਲਾ ਜੇ ਇਹ ਸਭ ਸੋਚ ਹੀ ਰਿਹਾ ਸੀ, ਐਨੇ ਨੂੰ ਸ਼ਰਾਬੀ ਫਿਰ ਤੋਂ ਬੋਲ ਪਿਆ, ਮੈਨੂੰ ਬਸ ਇਸ ਗੱਲ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ ਕਿ ਮੈਨੂੰ ਸ਼ਰਾਬ ਕਿੱਥੋਂ ਮਿਲੂਗੀ। ਸ਼ਰਾਬ ਲਈ ਪੈਸੇ ਦਾ ਇੰਤਜ਼ਾਮ ਕਿੱਥੋਂ ਹੋਵੇਗਾ? ਕੀ ਤੇਰੇ ਕੋਲ ਕੁਝ ਪੈਸੇ ਹਨ? ਮੈਂ ਆਪਣੀ ਪਤਨੀ ਤੋਂ ਵੀ ਸਾਰੇ ਪੈਸੇ ਖੋਹ ਲਏ ਹਨ। ਕੀ ਤੂੰ ਮੇਰੀ ਕੁਝ ਮਦਦ ਕਰ ਸਕਦਾ ਹੈ? ਇਹ ਸਭ ਸੁਣ ਕੇ ਚੇਲਾ ਹੈਰਾਨ ਰਹਿ ਗਿਆ। ਉਸਦੀ ਸਾਰੀ ਖੁਸ਼ੀ ਵੀ ਗਾਇਬ ਹੋ ਚੁੱਕੀ ਸੀ। ਹੁਣ ਤਾਂ ਦਿਨ ਵੀ ਢਲ ਗਿਆ ਸੀ, ਹਨੇਰਾ ਹੋ ਗਿਆ ਸੀ। ਉਹ ਸਾਰੇ ਦਿਨ ਦਾ ਥੱਕਿਆ ਹੋਇਆ ਸੀ, ਇਸ ਲਈ ਉਹ ਮੰਦਰ ਦੇ ਚਬੂਤਰੇ 'ਤੇ ਬੈਠ ਗਿਆ। ਉਹ ਬਹੁਤ ਨਿਰਾਸ਼ ਹੋ ਗਿਆ ਸੀ। ਉਹ ਸੋਚਣ ਲੱਗਿਆ ਕਿ ਕੀ ਇਸ ਦੁਨੀਆ ਵਿੱਚ ਕੋਈ ਵੀ ਤਣਾਅ ਮੁਕਤ ਨਹੀਂ ਹੈ। ਉਸੇ ਸਮੇਂ ਉਸ ਕੋਲ ਇੱਕ ਬਹੁਤ ਹੀ ਗਰੀਬ ਬੱਚਾ ਆਇਆ ਤੇ ਉਸ ਨੂੰ ਕਹਿਣ ਲੱਗਿਆ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ, ਕੀ ਮੈਨੂੰ ਕੁਝ ਖਾਣ ਨੂੰ ਮਿਲੇਗਾ? ਉਹ ਚੇਲਾ ਉਸ ਬੱਚੇ ਵੱਲ ਦੇਖ ਕੇ ਕਹਿਣ ਲੱਗਿਆ ਕਿ ਜਦ ਤੇਰੇ ਜਿਹੇ ਛੋਟੇ ਬੱਚੇ ਦੇ ਜੀਵਨ ਵਿੱਚ ਵੀ ਤਣਾਅ, ਚਿੰਤਾ ਹੈ ਤਾਂ ਵੱਡਿਆਂ ਦਾ ਕੀ ਹਾਲ ਹੋਵੇਗਾ? ਤਾਂ ਉਸ ਬੱਚੇ ਨੇ ਕਿਹਾ ਕਿ ਚਿੰਤਾ ਤੇ ਤਣਾਅ ਨਹੀਂ, ਕੇਵਲ ਭੁੱਖ ਹੈ। ਕੀ ਤੁਹਾਡੇ ਕੋਲੋਂ ਕੁਝ ਭੋਜਨ ਮਿਲੇਗਾ? ਬੱਚੇ ਦੀ ਇਹ ਗੱਲ ਸੁਣ ਕੇ ਚੇਲਾ ਬਹੁਤ ਖੁਸ਼ ਹੋ ਗਿਆ, ਜਿਵੇਂ ਉਸ ਨੂੰ ਕੁਝ ਮਿਲ ਗਿਆ ਹੋਵੇ। ਉਸ ਨੇ ਆਪਣੀ ਝੋਲੀ ਵਿੱਚੋਂ ਕੁਝ ਭੋਜਨ ਕੱਢ ਕੇ ਉਸ ਬੱਚੇ ਨੂੰ ਦਿੱਤਾ ਤੇ ਉੱਥੋਂ ਜਲਦੀ ਨਾਲ ਚੱਲ ਕੇ ਆਪਣੇ ਗੁਰੂ ਕੋਲ ਪਹੁੰਚਿਆ ਤੇ ਬੋਲਿਆ, ਗੁਰੂਦੇਵ, ਬਹੁਤ ਲੱਭਣ ਤੋਂ ਬਾਅਦ ਵੀ ਮੈਨੂੰ ਕੋਈ ਵੀ ਅਜਿਹਾ ਵਿਅਕਤੀ ਨਹੀਂ ਲੱਭਿਆ ਜੋ ਕਿ ਪੂਰੀ ਤਰ੍ਹਾਂ ਤਣਾਅ ਮੁਕਤ ਹੋਵੇ, ਜਿਸ ਦੇ ਜੀਵਨ ਵਿੱਚ ਕੋਈ ਚਿੰਤਾ ਨਾ ਹੋਵੇ। ਹਰੇਕ ਦੇ ਜੀਵਨ ਵਿੱਚ ਕੋਈ ਨਾ ਕੋਈ ਚਿੰਤਾ ਰਹਿੰਦੀ ਹੈ। ਜਿਸ ਦੇ ਕੋਲ ਧਨ ਨਹੀਂ ਹੈ ਉਸ ਨੂੰ ਧਨ ਦੀ ਚਿੰਤਾ ਹੈ, ਜਿਸ ਦੇ ਕੋਲ ਧਨ ਹੈ ਉਸ ਨੂੰ ਹੋਰ ਜ਼ਿਆਦਾ ਧਨ ਕਮਾਉਣ ਦੀ ਚਿੰਤਾ ਹੈ। ਜਿਸ ਦੇ ਕੋਲ ਪਿਆਰ ਨਹੀਂ ਹੈ ਉਹ ਪਿਆਰ ਲਈ ਚਿੰਤਿਤ ਹੈ ਤੇ ਜਿਸ ਦੇ ਕੋਲ ਪਿਆਰ ਹੈ ਉਹ ਪਿਆਰ ਤੋਂ ਚਿੰਤਿਤ ਹੈ। ਜਿਸ ਦੇ ਕੋਲ ਕੰਮ ਨਹੀਂ ਹੈ ਉਹ ਕੰਮ ਦੇ ਲਈ ਪਰੇਸ਼ਾਨ ਹੈ ਤੇ ਜਿਸ ਕੋਲ ਕੰਮ ਹੈ ਉਹ ਕੰਮ ਤੋਂ ਪਰੇਸ਼ਾਨ ਹੈ। ਦੁਨੀਆ ਵਿੱਚ ਹਰ ਇਨਸਾਨ ਹਰ ਸਥਿਤੀ ਵਿੱਚ ਕਿਸੇ ਨਾ ਕਿਸੇ ਵਜ੍ਹਾ ਨਾਲ ਪਰੇਸ਼ਾਨ ਹੈ ਤੇ ਤਣਾਅਪੂਰਨ ਜੀਵਨ ਬਤੀਤ ਕਰ ਰਿਹਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਤਣਾਅ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ਹੈ। ਗੁਰੂ ਨੇ ਕਿਹਾ, ਤਣਾਅ ਤੋਂ ਛੁਟਕਾਰਾ ਪਾਉਣਾ ਵੀ ਬਿਲਕੁਲ ਸੰਭਵ ਹੈ, ਪਰ ਤੈਨੂੰ ਇਸ ਲਈ ਕੁਝ ਕਰਨਾ ਹੋਵੇਗਾ। ਇਸ ਤੋਂ ਬਾਅਦ ਗੁਰੂ ਆਪਣੇ ਚੇਲੇ ਦੇ ਸਾਹਮਣੇ ਗਿੱਲੀਆਂ ਲੱਕੜੀਆਂ ਲਿਆ ਕੇ ਰੱਖ ਦਿੰਦੇ ਹਨ ਤੇ ਕਹਿੰਦੇ ਹਨ ਕਿ ਇਹਨਾਂ ਨੂੰ ਅੱਗ ਲਗਾਓ। ਚੇਲਾ ਉਸ ਗਿੱਲੀ ਲੱਕੜੀਆਂ ਵਿੱਚ ਅੱਗ ਲਗਾਉਣ ਦੀ ਬਹੁਤ ਕੋਸ਼ਿਸ਼ ਕਰਦਾ ਹੈ, ਪਰ ਅੱਗ ਨਹੀਂ ਲੱਗਦੀ। ਫਿਰ ਚੇਲੇ ਨੇ ਕਿਹਾ ਕਿ ਗੁਰੂਦੇਵ, ਇਹ ਲੱਕੜੀਆਂ ਤਾਂ ਗਿੱਲੀਆਂ ਹਨ, ਫਿਰ ਇਹਨਾਂ ਵਿੱਚ ਅੱਗ ਕਿਵੇਂ ਲੱਗੇਗੀ? ਤਾਂ ਗੁਰੂ ਨੇ ਕਿਹਾ ਕਿ ਤੂੰ ਹੁਣ ਕੀ ਕਰੇਂਗਾ? ਇਹਨਾਂ ਲੱਕੜੀਆਂ ਨੂੰ ਸੁਕਾਵੇਂਗਾ ਜਾਂ ਬੈਠ ਕੇ ਚਿੰਤਾ ਕਰੀ ਜਾਵੇਂਗਾ ਕਿ ਹੁਣ ਮੈਂ ਕੀ ਕਰਾਂ? ਇਹਨਾਂ ਲੱਕੜੀਆਂ ਵਿੱਚ ਤਾਂ ਅੱਗ ਨਹੀਂ ਲੱਗ ਰਹੀ। ਕੀ ਤੇਰੀ ਚਿੰਤਾ ਕਰਨ ਨਾਲ ਇਹ ਲੱਕੜੀਆਂ ਸੁੱਕ ਜਾਣਗੀਆਂ? ਜਾਂ ਫਿਰ ਤੂੰ ਥੋੜੀ ਜਿਹੀ ਮਿਹਨਤ ਕਰਕੇ ਸੁੱਕੀਆਂ ਲੱਕੜੀਆਂ ਇਕੱਠੀਆਂ ਕਰੇਂਗਾ ਤੇ ਫਿਰ ਅੱਗ ਲਗਾਵੇਂਗਾ? ਚੇਲੇ ਨੇ ਕਿਹਾ, ਗੁਰੂਦੇਵ, ਤੁਸੀਂ ਠੀਕ ਕਹਿ ਰਹੇ ਹੋ, ਪਰ ਹਰ ਚੀਜ਼ ਵਿੱਚ ਕੋਈ ਨਾ ਕੋਈ ਚਿੰਤਾ ਤਾਂ ਹੁੰਦੀ ਹੀ ਹੈ। ਗੁਰੂ ਨੇ ਕਿਹਾ, ਚਿੰਤਾ ਕਿਸੇ ਚੀਜ਼ ਵਿੱਚ ਨਹੀਂ, ਸਗੋਂ ਤੇਰੇ ਮਨ ਵਿੱਚ ਹੁੰਦੀ ਹੈ, ਤੇਰੇ ਅੰਦਰ ਹੁੰਦੀ ਹੈ ਤੇ ਜਿੱਥੇ ਚਿੰਤਾ ਤੇ ਤਣਾਅ ਹੁੰਦਾ ਹੈ ਉੱਥੇ ਸਫਲਤਾ ਮਿਲਣੀ ਮੁਸ਼ਕਿਲ ਹੋ ਜਾਂਦੀ ਹੈ ਤੇ ਜਦ ਸਫਲਤਾ ਨਹੀਂ ਮਿਲਦੀ ਤਾਂ ਹੋਰ ਜ਼ਿਆਦਾ ਚਿੰਤਾ ਹੋਣ ਲੱਗਦੀ ਹੈ। ਚੇਲੇ ਨੇ ਕਿਹਾ ਕਿ ਗੁਰੂਦੇਵ, ਜੇ ਸਾਰੇ ਕੰਮ ਸਾਡੇ ਅਨੁਸਾਰ ਹੋਣ ਲੱਗੇ ਫਿਰ ਤਾਂ ਸਾਨੂੰ ਚਿੰਤਾ ਨਹੀਂ ਹੋਵੇਗੀ। ਗੁਰੂ ਨੇ ਕਿਹਾ ਕਿ ਮਨੁੱਖ ਵਿੱਚ ਚਿੰਤਾ ਤੇ ਤਣਾਅ ਪੈਦਾ ਹੀ ਉਸ ਸਮੇਂ ਹੁੰਦੇ ਹਨ ਜਦੋਂ ਉਸ ਦੀ ਮਨੋਸਥਿਤੀ ਤੇ ਪ੍ਰਸਥਿਤੀ ਅਲੱਗ-ਅਲੱਗ ਹੁੰਦੇ ਹਨ। ਮਤਲਬ ਕਿ ਉਹ ਚਾਹੁੰਦਾ ਤਾਂ ਕੁਝ ਹੋਰ ਹੈ ਪਰ ਉਸ ਨੂੰ ਮਿਲਦਾ ਕੁਝ ਹੋਰ ਹੈ। ਇਸੇ ਲਈ ਜੇ ਵਿਅਕਤੀ ਆਪਣੀ ਪ੍ਰਸਥਿਤੀ ਤੇ ਮਨੋਸਥਿਤੀ ਵਿੱਚ ਸਮਨਵਯ ਕਰਨਾ ਸਿੱਖ ਲਵੇ ਤਾਂ ਤਣਾਅ ਪੈਦਾ ਹੀ ਨਾ ਹੋਵੇ। ਚੇਲੇ ਨੇ ਕਿਹਾ ਕਿ ਇਸ ਤਰ੍ਹਾਂ ਕਿਵੇਂ ਸੰਭਵ ਹੈ ਗੁਰੂਦੇਵ? ਗੁਰੂ ਨੇ ਕਿਹਾ, ਸਵੀਕਾਰ ਕਰਕੇ। ਜਦ ਅਸੀਂ ਕਿਸੇ ਵੀ ਘਟਨਾ ਨੂੰ ਸਵੀਕਾਰ ਕਰ ਲੈਂਦੇ ਹਾਂ ਫਿਰ ਉਹ ਘਟਨਾ ਸਾਨੂੰ ਤਣਾਅਗ੍ਰਸਤ ਨਹੀਂ ਕਰ ਸਕਦੀ। ਜਿਵੇਂ ਐਕਸੀਡੈਂਟ ਵਿੱਚ ਅਪਾਹਜ ਹੋ ਕੇ ਲੋਕ ਸ਼ੁਰੂ ਵਿੱਚ ਤਾਂ ਬਹੁਤ ਪਰੇਸ਼ਾਨ ਤੇ ਚਿੰਤਿਤ ਹੁੰਦੇ ਹਨ ਕਿਉਂਕਿ ਉਹਨਾਂ ਨੇ ਆਪਣੀ ਸਥਿਤੀ ਨੂੰ ਸਵੀਕਾਰਿਆ ਨਹੀਂ ਹੁੰਦਾ, ਪਰ ਉਹ ਹੌਲੀ-ਹੌਲੀ ਆਪਣੇ ਇਸ ਰੂਪ ਨੂੰ ਸਵੀਕਾਰ ਕਰ ਲੈਂਦੇ ਹਨ। ਫਿਰ ਉਹਨਾਂ ਨੂੰ ਆਪਣਾ ਉਹ ਅਪਾਹਜਪਣ ਉਨਾ ਚਿੰਤਿਤ ਤੇ ਪਰੇਸ਼ਾਨ ਨਹੀਂ ਕਰਦਾ ਜਿੰਨਾ ਸ਼ੁਰੂ ਵਿੱਚ ਕਰਦਾ ਸੀ। ਗੁਰੂ ਨੇ ਕਿਹਾ
ਕਿ ਜੀਵਨ ਵਿੱਚ ਕੁਝ ਸਮੱਸਿਆਵਾਂ ਹੁੰਦੀਆਂ ਹਨ, ਪਰ ਕੁਝ ਸਮੱਸਿਆਵਾਂ ਅਸੀਂ ਖੁਦ ਪੈਦਾ ਕਰ ਲੈਂਦੇ ਹਾਂ, ਸਿਰਫ ਸੋਚ ਕੇ, ਜਦ ਕਿ ਅਸਲ ਵਿੱਚ ਉਹ ਸਮੱਸਿਆ ਹੁੰਦੀ ਹੀ ਨਹੀਂ ਹੈ। ਚੇਲੇ ਨੇ ਕਿਹਾ ਕਿ ਗੁਰੂਦੇਵ, ਮੈਂ ਕੁਝ ਸਮਝਿਆ ਨਹੀਂ। ਗੁਰੂ ਨੇ ਕਿਹਾ ਕਿ ਤੂੰ ਆਪਣੇ ਪਰਿਵਾਰ ਨੂੰ ਛੱਡ ਕੇ ਇੱਥੇ ਕਿਉਂ ਆਇਆ ਸੀ? ਚੇਲੇ ਨੇ ਕਿਹਾ, ਕਿਉਂਕਿ ਉੱਥੇ ਮੇਰੇ ਜੀਵਨ ਵਿੱਚ ਬਹੁਤ ਤਣਾਅ ਸੀ। ਗੁਰੂ ਨੇ ਕਿਹਾ, ਕੀ ਤੇਰੇ ਜੀਵਨ ਵਿੱਚ ਇੱਥੇ ਤਣਾਅ ਨਹੀਂ? ਤਾਂ ਚੇਲੇ ਨੇ ਕਿਹਾ, ਗੁਰੂਦੇਵ, ਇੱਥੇ ਵੀ ਤਣਾਅ ਹੈ। ਗੁਰੂ ਨੇ ਕਿਹਾ, ਤੇਰੇ ਮਨ ਵਿੱਚ ਇਹ ਸਵਾਲ ਨਹੀਂ ਉੱਠਦੇ ਕਿ ਮੇਰੇ ਨਾਲ ਹੀ ਬੁਰਾ ਕਿਉਂ ਹੁੰਦਾ ਹੈ? ਮੈਂ ਹੀ ਬਦਕਿਸਮਤ ਕਿਉਂ ਹਾਂ? ਮੈਂ ਹੀ ਬੁਰਾ ਹਾਂ। ਕਾਸ਼ ਐਵੇਂ ਹੋ ਜਾਵੇ, ਸਭ ਕੁਝ ਮੇਰੇ ਅਨੁਸਾਰ ਹੋ ਜਾਵੇ, ਮੈਨੂੰ ਜ਼ਿਆਦਾ ਮਿਹਨਤ ਨਾ ਕਰਨੀ ਪਵੇ। ਇਸ ਤਰ੍ਹਾਂ ਦੇ ਸਵਾਲ ਤੇਰੇ ਦਿਮਾਗ ਵਿੱਚ ਹਰ ਸਮੇਂ ਨਹੀਂ ਉੱਠਦੇ? ਚੇਲੇ ਨੇ ਕਿਹਾ ਕਿ ਹਾਂ ਗੁਰੂਦੇਵ, ਬਿਲਕੁਲ ਅਜਿਹਾ ਹੀ ਹੁੰਦਾ ਹੈ। ਜਦ ਮੈਂ ਆਸ਼ਰਮ ਵਿੱਚ ਗੁਰੂ ਭਾਈਆਂ ਨਾਲ ਰਹਿੰਦਾ ਸੀ ਉਸ ਸਮੇਂ ਵੀ, ਤੇ ਜਦ ਮੈਂ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਉਸ ਸਮੇਂ ਵੀ। ਗੁਰੂ ਨੇ ਕਿਹਾ, ਸਮੱਸਿਆ ਬਾਹਰ ਨਹੀਂ, ਸਗੋਂ ਤੇਰੇ ਅੰਦਰ ਹੈ। ਤੂੰ ਆਪਣੇ ਅੰਦਰ ਬੇਵਜ੍ਹਾ ਦਾ ਤਣਾਅ ਬਣਾ ਰੱਖਿਆ ਹੈ। ਉਹਨਾਂ ਕਲਪਨਿਕ ਘਟਨਾਵਾਂ ਦੇ ਬਾਰੇ ਸੋਚ ਕੇ, ਜਿਹੜੀਆਂ ਤੇਰੇ ਜੀਵਨ ਵਿੱਚ ਸ਼ਾਇਦ ਕਦੇ ਘਟੀਆਂ ਵੀ ਨਹੀਂ ਹੋਣਗੀਆਂ, ਉਹਨਾਂ ਬਾਰੇ ਸੋਚ ਕੇ ਤੂੰ ਆਪਣਾ ਜੀਵਨ ਤਣਾਅਗ੍ਰਸਤ ਬਣਾ ਲਿਆ ਹੈ। ਜਿਸ ਦਿਨ ਤੂੰ ਇਸ ਗੱਲ ਨੂੰ ਸਮਝ ਜਾਵੇਂਗਾ ਕਿ ਜੇ ਜ਼ਿੰਦਗੀ ਵਿੱਚ ਸਮੱਸਿਆ ਹੁੰਦੀ ਹੈ ਤਾਂ ਉਸ ਦਾ ਸਲਿਊਸ਼ਨ ਵੀ ਹੁੰਦਾ ਹੈ, ਤੇ ਉਸ ਸਲਿਊਸ਼ਨ ਨੂੰ ਲੱਭਣ ਲਈ ਕੁਝ ਕੰਮ ਕਰਨਾ ਪੈਂਦਾ ਹੈ, ਤੇ ਉਸ ਕੰਮ ਦਾ ਕੋਈ ਪਰਿਣਾਮ ਵੀ ਹੁੰਦਾ ਹੈ, ਤਾਂ ਉਸ ਦਿਨ ਤੋਂ ਤੇਰੇ ਜੀਵਨ ਵਿੱਚ ਕੋਈ ਵੀ ਤਣਾਅ ਨਹੀਂ ਰਹੇਗਾ। ਗੁਰੂਦੇਵ, ਤੁਸੀਂ ਸਹੀ ਕਹਿ ਰਹੇ ਹੋ। ਮੈਨੂੰ ਮੰਦਰ ਤੋਂ ਬਾਹਰ ਇੱਕ ਬੱਚਾ ਮਿਲਿਆ ਸੀ। ਮੈਂ ਉਸ ਨੂੰ ਪੁੱਛਿਆ ਸੀ ਕਿ ਕੀ ਤੇਰੇ ਜੀਵਨ ਵਿੱਚ ਚਿੰਤਾ ਹੈ, ਤਾਂ ਉਸਨੇ ਕਿਹਾ, ਨਾ ਚਿੰਤਾ ਹੈ, ਨਾ ਹੀ ਤਣਾਅ ਹੈ, ਸਿਰਫ ਭੁੱਖ ਹੈ। ਉਸ ਸਮੇਂ ਮੈਂ ਸਮਝ ਨਹੀਂ ਸਕਿਆ ਸੀ ਕਿ ਸਮੱਸਿਆ ਤਾਂ ਭੁੱਖ ਹੈ, ਤਣਾਅ ਜਾਂ ਚਿੰਤਾ ਨਹੀਂ। ਕੇਵਲ ਭੁੱਖ ਦਾ ਸਮਾਧਾਨ ਕੀਤਾ ਜਾ ਸਕਦਾ ਹੈ, ਪਰ ਤਣਾਅ ਤੇ ਚਿੰਤਾ ਦਾ ਨਹੀਂ। ਦੋਸਤੋ, ਜਿਸ ਕੰਮ ਨਾਲ ਤਣਾਅ ਤੇ ਚਿੰਤਾ ਪੈਦਾ ਹੋ ਰਹੀ ਹੈ, ਉਸ ਕੰਮ ਨੂੰ ਖਤਮ ਕਰੋ। ਤਣਾਅ ਤੇ ਚਿੰਤਾ ਆਪਣੇ ਆਪ ਖਤਮ ਹੋ ਜਾਵੇਗੀ। ਬਸ ਇਹੀ ਇੱਕ ਛੋਟੀ ਜਿਹੀ ਗੱਲ ਹੈ ਜਿਹੜੀ ਕਿ ਸਾਨੂੰ ਸਮਝ ਨਹੀਂ ਆਉਂਦੀ। ਉਮੀਦ ਕਰਦੀ ਹਾਂ ਤੁਹਾਨੂੰ ਇਸ ਵੀਡੀਓ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਧੰਨਵਾਦ ਜੀ।